ਹੈਲੋ ਫਰੈਂਡਸ, ਤੁਹਾਡੇ ਆਪਣੇ YouTube ਚੈਨਲ ਲੈਟਸ ਡੂ ਇਟ 'ਤੇ ਬਹੁਤ-ਬਹੁਤ ਸਵਾਗਤ ਹੈ। ਮੈਂ ਹਾਂ ਚੰਦਰਪਾਲ। ਅੱਜ ਇੱਕ ਵੀਡੀਓ ਅਪਲੋਡ ਕੀਤੀ ਸੀ ਤੁਹਾਡੇ ਨਾਲ, ਜਿਸ ਦੇ ਵਿੱਚ ਆਪਾਂ ਭਾਰਤੀ ਸੰਵਿਧਾਨ ਅਤੇ ਇਸ ਦੀਆਂ ਵਿਸ਼ੇਸ਼ਤਾਵਾਂ ਦੇ ਬਾਰੇ ਡਿਸਕਸ ਕੀਤਾ ਸੀਗਾ। ਭਾਰਤੀ ਸੰਵਿਧਾਨ ਕੀ ਹੈ, ਮਸੌਦਾ ਕਮੇਟੀ ਕੀ ਸੀ ਅਤੇ ਸੰਵਿਧਾਨ ਸਭਾ ਦੇ ਮੈਂਬਰ ਕਿੰਨੇ ਸੀਗੇ, ਕੌਣ ਪ੍ਰਧਾਨ ਸੀਗਾ। ਇਹ ਆਪਾਂ ਇਸ ਵੀਡੀਓ ਦੇ ਵਿੱਚ ਜਿਹੜੀ ਕਲਾਸ 2 ਦੀ ਸੀ ਉਹ ਡਿਸਕਸ ਕਰ ਚੁੱਕੇ ਹਾਂ। ਤੁਹਾਨੂੰ ਡਿਸਕ੍ਰਿਪਸ਼ਨ ਬਾਕਸ ਦੇ ਵਿੱਚ ਵੀ ਲਿੰਕ ਮਿਲ ਜਾਏਗਾ। ਬਾਕੀ ਆਪਣੀ ਪਲੇ ਲਿਸਟ ਬਣੀ ਹੋਈ ਜੀ ETT ਐਂਟਰੈਂਸ ਟੈਸਟ ਦੀ, ਉਸ ਦੇ ਵਿੱਚ ਵੀ ਜਾ ਕੇ ਤੁਸੀਂ ਜਿੰਨੀ ਵੀ ਕਲਾਸਾਂ ਹੁਣ ਤੱਕ ਅਪਲੋਡ ਕੀਤੀ ਗਈ ਹੈ ਉਹ ਸਾਰੀਆਂ ਵੇਖ ਸਕਦੇ ਹੋ। ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ, ਥੋੜ੍ਹਾ ਜਿਹਾ ਰਿਵੀਜ਼ਨ ਕਰਨ ਤੋਂ ਬਾਅਦ ਆਪਾਂ ਇਸ ਨੂੰ ਕੰਟੀਨਿਊ ਕਰਾਂਗੇ। ਭਾਰਤੀ ਸੰਵਿਧਾਨ ਕੀ ਹੈ ਜੀ। ਭਾਰਤੀ ਸੰਵਿਧਾਨ ਕਿਸੇ ਵੀ ਦੇਸ਼ ਦਾ ਸੰਵਿਧਾਨ ਬਣਾਉਣਾ ਕਿਉਂ ਜ਼ਰੂਰੀ ਹੈ। ਕਿਸੇ ਵੀ ਦੇਸ਼ ਦੇ ਵਿੱਚ ਕਾਨੂੰਨ ਵਿਵਸਥਾ ਨੂੰ ਪ੍ਰਤੱਖ ਰੂਪ ਵਿੱਚ ਸੁਚਾਰੂ ਢੰਗ ਰੂਪ ਵਿੱਚ ਚਲਾਉਣ ਦੇ ਲਈ ਆਪਾਂ ਨੂੰ ਸੰਵਿਧਾਨ ਦੀ ਲੋੜ ਪੈਂਦੀ ਹੈ। ਉਹਨਾਂ ਸਾਰੇ ਨਿਯਮਾਂ ਦੇ ਸਮੂਹ ਜਿਨ੍ਹਾਂ ਦੇ ਦੁਆਰਾ ਪ੍ਰਤੱਖ ਰੂਪ ਵਿੱਚ ਰਾਜ ਦੀ ਸੱਤਾ ਦੀ ਵੰਡ ਕਰਕੇ ਆਪਾਂ ਜਿਹੜਾ ਰਾਜ ਦਾ ਕਾਨੂੰਨੀ ਵਿਵਸਥਾ ਬਣਾਈ ਜਾਂਦੀ ਹੈ ਉਹ ਸੰਵਿਧਾਨ ਦਾ ਇੱਕ ਪਾਰਟ ਹੈ ਜੀ। ਠੀਕ ਹੈ, ਇਹ ਆਪਾਂ ਪੜ੍ਹਿਆ ਸੀਗਾ ਕਿ ਸੰਵਿਧਾਨ ਕੀ ਹੈ। ਨਿਯਮਾਂ ਦਾ ਇੱਕ ਸੰਗ੍ਰਹਿ ਹੈ ਜਿਸ ਤੋਂ ਇੱਕ ਰਾਜ ਦਾ ਪ੍ਰਬੰਧ ਚਲਾਇਆ ਜਾਂਦਾ ਹੈ। ਸੰਵਿਧਾਨ ਦੀ ਮੁੱਢਲੀ ਜਾਣਕਾਰੀ ਲਈ ਸੀ ਕਿ ਸੰਵਿਧਾਨ ਸਭਾ ਕੀ ਹੈ, ਜਿਸ ਦੇ ਵਿੱਚ ਕਿੰਨੇ ਮੈਂਬਰ ਸੀਗੇ, ਕਿੰਨੇ ਮੈਂਬਰਾਂ ਨੇ ਸਾਈਨ ਕੀਤੇ। ਜਦੋਂ ਸੰਵਿਧਾਨ ਸਭਾ ਬਣੀ ਉਸ ਦੇ 389 ਮੈਂਬਰ ਸੀਗੇ, 292 ਪ੍ਰਾਂਤਾਂ ਵਿੱਚੋਂ ਸੀਗੇ, 93 ਮੈਂਬਰ ਦੇਸੀ ਰਿਆਸਤਾਂ ਤੋਂ ਸੀਗੇ, 4 ਚੀਫ ਕਮਿਸ਼ਨਰੀ ਦੇ ਵਿੱਚੋਂ ਸੀਗੇ। ਜਦੋਂ ਪਾਰਟੀਸ਼ਨ ਹੋ ਗਿਆ ਜੀ, ਭਾਰਤ ਪਾਕਿਸਤਾਨ ਅਲੱਗ-ਅਲੱਗ ਹੋ ਗਿਆ, ਉਸ ਤੋਂ ਬਾਅਦ 299 ਜਿਹੜੇ ਮੈਂਬਰ ਰਹਿ ਗਏ। 2 ਸਾਲ 11 ਮਹੀਨੇ 18 ਦਿਨਾਂ ਦਾ ਜਿਹੜਾ ਸਮਾਂ ਲੱਗਿਆ। ਡਾਕਟਰ ਭੀਮ ਰਾਓ ਅੰਬੇਦਕਰ ਜੀ ਸੰਵਿਧਾਨ ਸਭਾ ਦੇ ਪ੍ਰਧਾਨ ਸੀਗੇ ਅਤੇ ਡਾਕਟਰ ਰਾਜਿੰਦਰ ਪ੍ਰਸਾਦ ਸੰਵਿਧਾਨ ਸਭਾ ਦੇ ਪ੍ਰਧਾਨ ਸੀਗੇ ਅਤੇ ਡਾਕਟਰ ਭੀਮ ਰਾਓ ਅੰਬੇਦਕਰ ਜਿਹੜੀ ਸੰਵਿਧਾਨ ਮਸੌਦਾ ਕਮੇਟੀ ਡਰਾਫਟਿੰਗ ਕਮੇਟੀ ਦੇ ਪ੍ਰਧਾਨ ਸੀਗੇ, ਚੇਅਰਮੈਨ ਸੀਗੇ। 26 ਨਵੰਬਰ 1949 ਨੂੰ ਜਿਹੜਾ ਆਪਣਾ ਸੰਵਿਧਾਨ ਹੈ ਉਹ ਜਿਹੜਾ ਬਣ ਕੇ ਤਿਆਰ ਹੋ ਗਿਆ ਸੀ, ਸਾਰਿਆਂ ਨੇ ਸਾਈਨ ਕਰ ਦਿੱਤੇ ਸੀ, ਪਰ ਇਸ ਨੂੰ ਲਾਗੂ 26 ਜਨਵਰੀ 1950 ਨੂੰ ਕੀਤਾ ਗਿਆ ਸੀ। ਇਹ ਸਭ ਕੁਝ ਆਪਾਂ ਡਿਸਕਸ ਕੀਤਾ। ਉਸ ਤੋਂ ਇਲਾਵਾ ਕੁਝ ਇੱਕ ਵਿਸ਼ੇਸ਼ਤਾਵਾਂ ਪੜ੍ਹੀਆਂ ਕਿ ਸਾਡਾ ਸੰਵਿਧਾਨ ਲਿਖਤੀ ਹੈ, ਦੁਨੀਆ ਭਰ ਵਿੱਚ ਸਭ ਤੋਂ ਲੰਬਾ ਅਤੇ ਵਿਸਤ੍ਰਿਤ ਸੰਵਿਧਾਨ ਹੈ। ਸੰਵਿਧਾਨ ਦੀ ਪ੍ਰਸਤਾਵਨਾ ਦੇ ਬਾਰੇ ਆਪਾਂ ਪੜ੍ਹਿਆ। ਕਈ ਸਰੋਤ ਸੀਗੇ ਜਿਹੜੇ ਕਿਸ ਤੋਂ ਲੈ ਗਏ ਉਹ ਆਪਾਂ ਡਿਸਕਸ ਕੀਤਾ। ਉਸ ਤੋਂ ਅੱਗੇ ਜਿਹੜੀ ਨੈਕਸਟ ਵਿਸ਼ੇਸ਼ਤਾਵਾਂ ਨੇ ਜੀ ਉਹ ਕਿਹੜੀ ਜੀ। ਕਠੋਰ ਅਤੇ ਲਚਕੀਲਾ ਸੰਵਿਧਾਨ ਹੈ, ਭਾਰਤ ਵਿੱਚ ਸੰਪੂਰਨ ਪ੍ਰਭੂ ਸੱਤਾ ਸੰਪੰਨ ਹੈ, ਲੋਕਤੰਤਰਿਕ ਦੇਸ਼ ਹੈ। ਇਸ ਤੋਂ ਇਲਾਵਾ ਕਈ ਹੋਰ ਜਿਹੜੀ ਆਪਣੀ ਵਿਸ਼ੇਸ਼ਤਾਵਾਂ ਨੇ ਉਹ ਪੜ੍ਹਾਂਗੇ। ਗਣਤੰਤਰ ਹੈ, ਧਰਮ ਨਿਰਪੇਖ ਹੈ, ਸੰਘਾਤਮਕ ਅਤੇ ਇਕਾਤਮਕ ਸੁਮੇਲ ਹੈ। ਸੰਵਿਧਾਨ ਦੀਆਂ ਜਿਹੜੀ ਇਕਾਤਮਕ ਵਿਸ਼ੇਸ਼ਤਾਵਾਂ ਨੇ ਉਹ ਪੜ੍ਹਾਂਗੇ। ਖਹਿਰੀ ਨਿਆਂਪਾਲਿਕਾ ਕੀ ਹੈ, ਸਰਵ ਵਿਆਪਕ ਬਾਲਾਂਗ ਮਤ ਪ੍ਰਣਾਲੀ ਕੀ ਹੈ। ਇਹ ਸਾਰਾ ਇਸ ਵੀਡੀਓ ਦੇ ਵਿੱਚ ਆਪਾਂ ਡਿਸਕਸ ਕਰਾਂਗੇ। ਜੇਕਰ ਤੁਸੀਂ ਚੈਨਲ ਉੱਪਰ ਪਹਿਲੀ ਵਾਰ ਵਿਜ਼ਿਟ ਕਰ ਰਹੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ, ਟੈਲੀਗ੍ਰਾਮ ਗਰੁੱਪ ਨੂੰ ਵੀ ਜੁਆਇਨ ਕਰ ਲਓ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਅਤੇ ਸ਼ੇਅਰ ਜ਼ਰੂਰ ਕਰਨਾ ਜੀ, ਕਿਉਂਕਿ ਕਾਫੀ ਟਾਈਮ ਲੱਗਦਾ ਵੀਡੀਓ ਅਪਲੋਡ ਕਰਨ ਦੇ ਵਿੱਚ। ਆਪਾਂ ਲਗਾਤਾਰ ਵੀਡੀਓ ਤੁਹਾਡੇ ਲਈ ਅਪਲੋਡ ਕਰਦੇ ਰਹਾਂਗੇ। ਤੁਹਾਡੀ ਮੋਟੀਵੇਸ਼ਨ ਦੇ ਨਾਲ ਹੀ ਸਾਨੂੰ ਮੋਟੀਵੇਸ਼ਨ ਮਿਲਦਾ ਹੈ। ਜੇਕਰ ਤੁਸੀਂ ਮੋਟੀਵੇਟ ਹੋਗੇ ਤਾਂ ਸਾਨੂੰ ਵੀ ਮੋਟੀਵੇਸ਼ਨ ਹੋ ਕੇ ਵੀਡੀਓ ਬਣਾਉਣ ਲਈ ਚੰਗਾ ਲੱਗੇਗਾ। ਤਾਂ ਅੱਗੇ ਡਿਸਕਸ ਕਰਦੇ ਹਾਂ ਜੀ। ਆਪਾਂ ਡਿਸਕਸ ਕਰ ਲਿਆ ਸੀ ਕਿ ਕਿਸ ਤੋਂ ਕੀ ਚੀਜ਼ ਲਈ ਗਈ ਹੈ। ਮੋਸਟ ਇੰਪੋਰਟੈਂਟ ਹੈ ਜੀ, ਤੁਸੀਂ ਇਸ ਨੂੰ ਇੱਕ ਵਾਰ ਫਿਰ ਤੋਂ ਜ਼ਰੂਰ ਦੇਖ ਲਓ ਜੀ। ਸੰਸਦ ਪ੍ਰਣਾਲੀ ਜਿਹੜੀ ਹੈ ਉਹ UK ਤੋਂ ਲਈ ਗਈ ਹੈ। ਮੌਲਿਕ ਅਧਿਕਾਰ ਜਿਹੜੇ ਹੈ ਆਪਣੇ ਉਹ ਲਏ ਗਏ ਨੇ USA ਤੋਂ। ਸੁਪਰੀਮ ਕੋਰਟ ਦੀ ਬਣਤਰ ਅਤੇ ਸ਼ਕਤੀਆਂ ਹੈ ਉਹ ਵੀ ਸੰਯੁਕਤ ਰਾਜ ਅਮਰੀਕਾ ਤੋਂ ਲਏ ਗਏ ਨੇ। ਨਿਆਂਪਾਲਿਕਾ ਪੁਨਰ ਨਿਰੀਖਣ ਸੰਯੁਕਤ ਰਾਜ ਅਮਰੀਕਾ ਤੋਂ ਲਿਆ ਗਿਆ USA ਤੋਂ। ਉਪ ਰਾਸ਼ਟਰਪਤੀ ਦੀ ਪਦਵੀ ਹੈ ਉਹ ਵੀ USA ਤੋਂ ਲਈ ਗਈ ਹੈ। ਸੰਘੀ ਢਾਂਚਾ ਜਿਹੜਾ ਕੈਨੇਡਾ ਹੈ, ਗੌਰਮੈਂਟ ਆਫ ਇੰਡੀਆ ਐਕਟ 1935 ਤੋਂ ਲਿਆ ਗਿਆ ਹੈ। ਰਾਜ ਦੇ ਨੀਤੀ ਨਿਰਦੇਸ਼ਕ ਤੱਤ ਜਿਹੜੇ ਨੇ ਉਹ ਆਇਰਲੈਂਡ ਤੋਂ ਲਏ ਗਏ ਨੇ। ਸੰਕਟਕਾਲੀਨ ਸ਼ਕਤੀਆਂ ਉਹ ਜਰਮਨੀ ਤੋਂ ਲਈ ਗਈ ਹੈ। ਮੌਲਿਕ ਕਰਤੱਵ ਜਿਹੜੇ ਨੇ ਉਹ ਸਾਬਕਾ ਸੋਵੀਅਤ ਸੰਘ ਜਿਸ ਨੂੰ ਹੁਣ ਰੂਸ ਕਿਹਾ ਜਾਂਦਾ ਉਸ ਤੋਂ ਲਿਆ ਗਿਆ ਹੈ। ਮੌਲਿਕ ਜਿਹੜੇ ਕਰਤੱਵ ਨੇ, ਕਾਨੂੰਨ ਪਾਸ ਕਰਨ ਦੀ ਜਿਹੜੀ ਵਿਧੀ ਹੈ ਉਹ UK ਤੋਂ ਲਈ ਗਈ ਹੈ। ਕਾਨੂੰਨ ਆਪਾਂ ਕਿਵੇਂ ਪਾਸ ਕਰ ਸਕਦੇ ਹਾਂ ਇਹ ਵਿਧੀ ਆਪਣੀ UK ਤੋਂ ਲਈ ਗਈ ਹੈ। ਸੰਸਦ ਦੇ ਵਿਸ਼ੇਸ਼ ਅਧਿਕਾਰ ਕੀ ਨੇ, ਇਹ ਵੀ UK ਤੋਂ ਲਿਆ ਗਿਆ ਹੈ। ਗਣਤੰਤਰ ਕੀ ਹੁੰਦਾ ਹੈ ਜੀ, ਇਹ ਫਰਾਂਸ ਤੋਂ ਲਿਆ ਗਿਆ ਹੈ। ਸਮਵਰਤੀ ਸੂਚੀ ਜਿਹੜੀ ਹੈ, ਜਿਹੜੀ 3 ਸੂਚੀ ਹੈ ਜੀ, ਉਸ ਦੇ ਵਿੱਚੋਂ ਜਿਹੜੀ ਸਮਵਰਤੀ ਸੂਚੀ ਹੈ ਉਹ ਆਸਟ੍ਰੇਲੀਆ ਤੋਂ ਲਈ ਗਈ ਹੈ। ਸੰਵਿਧਾਨ ਵਿੱਚ ਸੋਧ ਦਾ ਤਰੀਕਾ ਹੈ ਉਹ ਸਾਊਥ ਅਫਰੀਕਾ ਤੋਂ ਲਿਆ ਗਿਆ ਹੈ ਅਤੇ ਕਾਨੂੰਨ ਦਾ ਸ਼ਾਸਨ ਹੈ ਉਹ UK ਤੋਂ ਲਿਆ ਗਿਆ। ਹੁਣ ਆਪਾਂ ਡਿਸਕਸ ਕਰਦੇ ਹਾਂ ਕਠੋਰ ਅਤੇ ਲਚਕੀਲਾ ਸੰਵਿਧਾਨ। ਇਹ ਮੈਂ ਤੁਹਾਨੂੰ ਆਲਰੇਡੀ ਦੱਸ ਚੁੱਕਿਆ ਹਾਂ ਕਿ ਸਾਡੇ ਸੰਵਿਧਾਨ ਦੇ ਵਿੱਚ ਕੁਝ ਚੀਜ਼ਾਂ ਨੇ ਉਹ ਕਠੋਰ ਨੇ, ਉਹਨਾਂ ਨੂੰ ਬਦਲਿਆ ਨਹੀਂ ਜਾ ਸਕਦਾ। ਠੀਕ ਹੈ ਜੀ। ਸੰਵਿਧਾਨ ਦੇ ਵਿੱਚ ਕਿਸੇ ਵੀ ਇਸ ਤਰੀਕੇ ਦਾ ਸੋਧ ਨਹੀਂ ਕੀਤਾ ਜਾ ਸਕਦਾ ਜਿਹੜਾ ਉਸਦੇ ਮੁੱਢਲੀ ਬਣਤਰ ਨੂੰ ਜਿਹੜਾ ਹੈ ਡਿਸਟਰੋਏ ਕਰੇ। ਇਹ ਕੇਸ਼ਵਾਨੰਦ
ਭਾਰਤੀ ਇੱਕ ਕੇਸ ਸੀਗਾ, ਉਸ ਦੇ ਵਿੱਚ ਕਿਹਾ ਗਿਆ ਜੀ ਕਿ ਮੁੱਢਲਾ ਜਿਹੜਾ ਢਾਂਚਾ ਹੈ ਉਸ ਨੂੰ ਕਦੇ ਵੀ ਬਦਲਿਆ ਨਹੀਂ ਜਾ ਸਕਦਾ, ਇਸ ਦੇ ਲਈ ਕਠੋਰ ਹੈ। ਪਰ ਲਚਕੀਲਾ ਕਿਸ ਤਰੀਕੇ ਦੇ ਨਾਲ ਹੈ, ਇਸ ਦੇ ਵਿੱਚ ਅਮੈਂਡਮੈਂਟ ਕੀਤੇ ਜਾ ਸਕਦੇ ਨੇ। ਜਿਸ ਤਰੀਕੇ ਦੇ ਨਾਲ ਸਭ ਤੋਂ ਪਹਿਲਾਂ ਅਮੈਂਡਮੈਂਟ ਕਦੋਂ ਹੈ ਜੀ, ਆਪਾਂ ਡਿਸਕਸ ਕੀਤਾ ਸੀਗਾ, ਸਭ ਤੋਂ ਪਹਿਲਾਂ 9ਵੀਂ ਅਨੁਸੂਚੀ ਜੋੜੀ ਗਈ ਸੀ, ਉਹ ਪਹਿਲਾ ਸੰਵਿਧਾਨ ਸੰਸ਼ੋਧਨ ਸੀਗਾ 1951 ਵਿੱਚ ਕੀਤਾ ਗਿਆ। ਜਿੱਥੇ ਜਿੱਥੇ ਸੰਵਿਧਾਨ ਦੇ ਵਿੱਚ ਜ਼ਰੂਰਤ ਪੈਂਦੀ ਹੈ ਜੀ, ਜਿਵੇਂ GST ਦੇ ਲਈ ਸੰਵਿਧਾਨਿਕ ਸੋਧ ਕਰਨੀ ਪਈ ਸੀਗੀ, ਤਾਂ ਜਿੱਥੇ ਜਿੱਥੇ ਸੰਵਿਧਾਨ ਦੇ ਵਿੱਚ ਸੰਸ਼ੋਧਨ ਦੀ ਜ਼ਰੂਰਤ ਹੈ ਉੱਥੇ ਲਚਕੀਲਾ ਹੈ, ਅਤੇ ਜਿੱਥੇ ਸੰਵਿਧਾਨ ਦੇ ਕਿਸੇ ਵੀ ਪੱਖ ਨੂੰ ਚੇਂਜ ਨਹੀਂ ਕੀਤਾ ਜਾ ਸਕਦਾ ਉਸ ਦੇ ਲਈ ਇਹ ਕਠੋਰ ਹੈ। ਠੀਕ ਹੈ ਜੀ। ਤਾਂ ਆਪਾਂ ਕਿਸ ਤਰੀਕੇ ਦੇ ਨਾਲ ਕਰ ਸਕਦੇ ਹਾਂ, ਆਮ ਕਾਨੂੰਨ ਪਾਸ ਕਰਨ ਦੀ ਵਿਧੀ ਅਤੇ ਸੰਵਿਧਾਨ ਵਿੱਚ ਸੋਧ ਕਰਨ ਦੀ ਵਿਧੀ ਪੱਖੋਂ ਭਾਰਤ ਦਾ ਸੰਵਿਧਾਨ ਦੋ ਕਿਸਮ ਦਾ ਹੈ। ਸੰਵਿਧਾਨ ਵਿੱਚ ਸੋਧ ਕਰਨ ਲਈ 3 ਤਰ੍ਹਾਂ ਦੀ ਵਿਵਸਥਾ ਕੀਤੀ ਗਈ ਹੈ। ਕਿਹੜੀ ਹੈ ਜੀ? ਇੱਕ ਹੈ ਸੰਸਦ ਦੇ ਵਿੱਚ ਸਧਾਰਨ ਬਹੁਮਤ ਤੋਂ ਤੁਸੀਂ ਕਰ ਸਕਦੇ ਹੋ। ਸਧਾਰਨ ਬਹੁਮਤ ਹੁੰਦਾ ਜੀ, ਇੱਕ ਮੈਂ ਤੁਹਾਨੂੰ ਦੱਸ ਦਿੰਦਾ, 2 ਤਰੀਕੇ ਦਾ ਬਹੁਮਤ ਹੁੰਦਾ। ਇੱਕ ਹੁੰਦਾ ਸਧਾਰਨ ਦੇ ਵਿੱਚ ਹੁੰਦਾ ਜੀ, ਜੇਕਰ ਤੁਸੀਂ ਕਲਾਸ ਦੇ ਵਿੱਚ 50 ਬੱਚੇ ਹੋ, ਜਿਸ ਦੇ ਵਿੱਚੋਂ 51 ਬੱਚੇ ਇੱਕ ਪਾਸੇ ਹੋ ਗਏ, ਤਾਂ ਉਸ ਨੂੰ ਪਾਸ ਮੰਨ ਲਿਆ ਜਾਂਦਾ ਹੈ। ਠੀਕ ਹੈ ਜੀ, ਇਹ ਹੁੰਦਾ ਸਧਾਰਨ ਬਹੁਮਤ। ਅਤੇ ਇੱਕ ਹੁੰਦਾ ਜੀ 2 ਤਿਹਾਈ ਬਹੁਮਤ। 2 ਤਿਹਾਈ ਬਹੁਮਤ ਦੇ ਵਿੱਚ ਹੁੰਦਾ, ਜੇਕਰ ਤੁਸੀਂ ਕਲਾਸ ਦੇ ਵਿੱਚ 100 ਬੱਚੇ ਹੋ ਤਾਂ 75 ਬੱਚੇ 2/3 ਜਿਹੜੇ ਵੋਟ ਇੱਕ ਸਾਈਡ, ਜਿਸ ਸਾਈਡ ਪੈ ਗਏ, ਜੇ ਉਹ ਕਿਸੇ ਸੰਵਿਧਾਨ ਨੂੰ ਸੰਸ਼ੋਧਨ ਕਰਨ ਦੇ ਲਈ ਹੈ ਤਾਂ ਉਹ ਸੰਸ਼ੋਧਨ ਹੋ ਜਾਏਗਾ, ਜੇਕਰ ਸੋਧ ਕਰਨ ਦੇ ਪੱਖ ਵਿੱਚ ਨਹੀਂ ਪਏ ਤਾਂ ਉਹ ਸੋਧ ਨਹੀਂ ਹੋ ਸਕੇਗੀ। ਤਾਂ ਇਹ ਤੁਸੀਂ ਅੱਜ ਤੋਂ ਬਾਅਦ ਧਿਆਨ ਰੱਖਣਾ ਜੀ। ਇੱਕ ਸਧਾਰਨ ਬਹੁਮਤ ਦਾ ਮਤਲਬ ਹੁੰਦਾ ਹੈ ਹਾਫ ਤੋਂ ਇੱਕ ਜ਼ਿਆਦਾ। ਠੀਕ ਹੈ ਜੀ, 50 ਹੋਣ ਤੋਂ ਬਰਾਬਰ ਹੁੰਦਾ ਜੀ, ਇੱਕ ਜ਼ਿਆਦਾ 51 ਜਿਸ ਨੂੰ ਪੈ ਗਏ ਵੋਟ, ਉਹ ਸੰਵਿਧਾਨ ਸੋਧ ਦਾ ਹੋ ਜਾਂਦਾ ਜੀ। ਇਸ ਦੇ ਵਿੱਚ ਕੀ ਕਿਹਾ ਜਾਂਦਾ, ਸੰਸਦ ਦੇ ਸਧਾਰਨ ਬਹੁਮਤ ਦੇ ਵਿੱਚ ਕੀ ਕਿਹਾ ਜਾਂਦਾ ਜੀ, ਤੁਸੀਂ ਸੰਵਿਧਾਨ ਦੀ ਜਿਹੜੀ ਆਮ ਕਾਨੂੰਨ ਬਣਾਉਣ ਦੀ ਵਿਧੀ ਹੈ ਉਸ ਦੇ ਵਿੱਚ ਆਮ ਸੋਧ ਕਰ ਸਕਦੇ ਹੋ। ਜਿਵੇਂ ਅਨੁਛੇਦ 2 ਹੈ ਜੀ, ਜਿਸ ਦੇ ਵਿੱਚ ਆਪਣੀ ਨਾਗਰਿਕਤਾ ਹੈ। 3 ਹੈ ਜੀ ਅਨੁਛੇਦ, ਉਸ 2, 3 ਅਤੇ 4 ਇਹ ਸਾਰੇ ਆਪਣੇ ਹੈ। ਇਹ ਰਾਜ ਦੇ ਨਵੇਂ ਨਾਂ ਰੱਖਣ ਦੇ, ਰਾਜ ਅਤੇ ਦੇਸ਼ ਦੇ ਜਿਹੜਾ ਹੈ ਉਸ ਦੇ ਵਾਸਤੇ ਹੈ ਜੀ। ਜਿਹੜਾ ਭਾਗ ਆਪਣਾ ਪਹਿਲਾ ਹੈ ਉਹਦੇ ਵਿੱਚ ਅਨੁਛੇਦ 2, 3 ਅਤੇ 4 ਹੈ। 2 ਅਤੇ 3, 4 ਰਾਜ ਦੇ ਨਵੇਂ ਨਾਵਾਂ ਵਿੱਚ ਅਤੇ ਹੱਦਾਂ ਵਿੱਚ ਤਬਦੀਲੀ ਕਰਨ ਅਤੇ ਨਵੇਂ ਰਾਜਾਂ ਦੀ ਸਥਾਪਨਾ ਕਰਨ ਵਾਸਤੇ 2, 3 ਅਤੇ 4 ਅਨੁਛੇਦ। ਸੰਸਦ ਦੇ ਦੋਨਾਂ ਸਦਨਾਂ ਦਾ ਸਪਸ਼ਟ ਬਹੁਮਤ, ਹਾਜ਼ਰ ਅਤੇ ਵੋਟ ਦੇਣ ਵਾਲਿਆਂ ਦੇ 2 ਤਿਹਾਈ ਬਹੁਮਤ ਦੇ ਘੱਟੋ ਘੱਟ ਅੱਧੇ ਰਾਜਾਂ ਤੋਂ ਵੱਧ ਰਾਜਾਂ ਦੀ ਸਹਿਮਤੀ ਹੋਣੀ ਜ਼ਰੂਰੀ ਹੈ। ਤਾਂ ਕੁਝ ਇੱਕ ਕਾਨੂੰਨ ਇਹ ਜਿਹੇ ਜੀ ਜਿਸ ਦੇ ਵਾਸਤੇ ਆਪਾਂ ਨੂੰ ਅੱਧੇ ਰਾਜਾਂ ਤੋਂ ਸਹਿਮਤੀ ਲੈਣੀ ਪੈਂਦੀ ਹੈ। ਜਿਹੜਾ ਬਹੁਮਤ ਹੈ ਉਹ ਵੀ 2 ਤਿਹਾਈ ਹੋਣਾ ਚਾਹੀਦਾ ਹੈ। ਜਿਵੇਂ ਇਸਨੇ ਐਗਜ਼ਾਮਪਲ ਦਿੱਤੀ ਹੈ ਜੀ, ਜਿਵੇਂ 54 ਅਤੇ 55 ਅਧੀਨ ਰਾਸ਼ਟਰਪਤੀ ਦੀ ਚੋਣ ਅਤੇ ਵਿਧੀ ਵਿੱਚ ਜੇਕਰ ਤੁਸੀਂ ਸੋਧ ਕਰਨਾ ਚਾਹੁੰਦੇ ਹੋ। ਅਨੁਛੇਦ 73 ਅਤੇ 62 ਅਧੀਨ ਕੇਂਦਰ ਅਤੇ ਰਾਜ ਸਰਕਾਰ ਦੀਆਂ ਸ਼ਕਤੀਆਂ ਦਾ ਵਾਧਾ ਕਰਨਾ ਚਾਹੁੰਦੇ ਹੋ ਤਾਂ ਤੁਹਾਨੂੰ ਬਹੁਮਤ ਹੈ ਜਿਹੜਾ ਉਹ 2 ਤਿਹਾਈ ਤੋਂ ਪਾਸ ਕਰਨਾ ਪੈਣਾ। ਸੰਸਦ ਦੇ ਦੋਨਾਂ ਸਦਨਾਂ ਦਾ ਸਪਸ਼ਟ ਬਹੁਮਤ, ਹਾਜ਼ਰ ਅਤੇ ਵੋਟ ਦੇਣ ਵਾਲਿਆਂ ਦੇ 2 ਤਿਹਾਈ ਬਹੁਮਤ ਦੁਆਰਾ। ਕੁਝ ਵਿਸ਼ੇ ਅਜਿਹੇ ਹਨ ਜਿਨ੍ਹਾਂ ਵਿੱਚ ਸੋਧ ਦੇ ਦੋਨਾਂ ਸਦਨਾਂ ਦੇ ਸਪਸ਼ਟ ਬਹੁਮਤ ਦੁਆਰਾ ਹੀ ਕੀਤੀ ਜਾ ਸਕਦੀ ਹੈ। ਜਿਵੇਂ ਸੋਧ ਬਿੱਲ ਸੰਸਦ ਦੇ ਕਿਸੇ ਵੀ ਸਦਨ ਵਿੱਚ ਪੇਸ਼ ਕੀਤਾ ਜਾ ਸਕਦਾ ਹੈ। ਸੋਧ ਬਿੱਲ ਪਾਸ ਕਰਨ ਲਈ ਦੋਨਾਂ ਸਦਨਾਂ ਲੋਕ ਸਭਾ ਅਤੇ ਰਾਜ ਸਭਾ, ਕਿਉਂਕਿ ਸੰਸਦ ਦੇ 2 ਸਦਨ ਨੇ ਜੀ, ਇੱਕ ਉਚਲਾ ਸਦਨ ਜਿਸ ਨੂੰ ਰਾਜ ਸਭਾ 'ਚ ਕਿਹਾ ਜਾਂਦਾ, ਇੱਕ ਹੇਠਲਾ ਸਦਨ ਜਿਸ ਨੂੰ ਲੋਕ ਸਭਾ ਕਿਹਾ ਜਾਂਦਾ ਹੈ। ਰਾਜ ਸਭਾ ਦੇ ਵਿੱਚ ਰਾਜ ਸਭਾ ਦੇ ਮੈਂਬਰ ਹੁੰਦੇ ਨੇ ਅਤੇ ਲੋਕ ਸਭਾ ਦੇ ਵਿੱਚ ਆਪਣੇ ਦੁਆਰਾ ਚੁਣੇ ਗਏ MPs ਹੁੰਦੇ ਨੇ। ਠੀਕ ਹੈ ਜੀ, ਇਹ ਆਪਾਂ ਗੱਲਾਂ ਅੱਗੇ ਡਿਸਕਸ ਵੀ ਕਰਾਂਗੇ। ਇੱਕ ਗੱਲ ਯਾਦ ਰੱਖਣ ਵਾਲੀ ਹੈ ਕਿ ਸੰਸਦ ਸੰਵਿਧਾਨ ਦੇ ਮੂਲ ਢਾਂਚੇ ਵਿੱਚ ਸੋਧ ਨਹੀਂ ਕਰ ਸਕਦੀ। ਮੋਸਟ ਇੰਪੋਰਟੈਂਟ ਗੱਲ ਹੈ ਜੀ ਕਿ ਸੰਸਦ ਦੇ ਕੋਲ ਇਹ ਪਾਵਰ ਨਹੀਂ ਹੈ ਕਿ ਉਹ ਆਪਣੇ ਸੰਵਿਧਾਨ ਦੇ ਕਿਸੇ ਵੀ ਮੂਲ ਜਿਹੜਾ ਰੂਪ ਹੈ ਉਸ ਦਾ ਢਾਂਚਾ ਉਹ ਨਹੀਂ ਬਦਲ ਸਕਦੀ, ਨਹੀਂ ਸੋਧ ਕਰ ਸਕਦੀ। ਬਹੁਮਤ 2 ਤਿਹਾਈ ਤੋਂ ਵੀ ਨਹੀਂ ਕਰ ਸਕਦੀ ਜੀ। ਠੀਕ ਹੈ, ਪਰ ਮੂਲ ਢਾਂਚਾ ਵਿੱਚ ਕੀ ਕੁਝ ਸ਼ਾਮਿਲ ਹੈ ਇਸ ਦਾ ਨਿਰਣਾ ਸੁਪਰੀਮ ਕੋਰਟ ਕਰਦੀ ਹੈ। 1980 ਵਿੱਚ ਸੁਪਰੀਮ ਕੋਰਟ ਦੇ ਨਿਰਣੇ ਅਨੁਸਾਰ ਨਿਆਂਪਾਲਿਕਾ ਪੁਨਰ ਨਿਰੀਖਣ ਨੂੰ ਮੂਲ ਢਾਂਚੇ ਦਾ ਅੰਗ ਮੰਨਿਆ ਗਿਆ। ਜਿਹੜਾ ਪੁਨਰ ਨਿਰੀਖਣ ਹੈ ਜੀ ਉਸਨੂੰ ਮੂਲ ਢਾਂਚੇ ਦਾ ਮੰਨਿਆ ਗਿਆ ਹੈ। ਭਾਰਤ ਇੱਕ ਸੰਪੂਰਨ ਪ੍ਰਭੂ ਸੱਤਾ ਸੰਪੰਨ ਦੇਸ਼ ਹੈ। ਪ੍ਰਭੂ ਸੱਤਾ ਸੰਪੰਨ ਦਾ ਮਤਲਬ ਹੁੰਦਾ ਜੀ ਕਿਸੇ ਵੀ ਦੇਸ਼, ਕਿਸੇ ਵੀ ਏਜੰਸੀ, ਕਿਸੇ ਵੀ ਵਿਅਕਤੀ ਵਿਸ਼ੇਸ਼ ਦਾ ਕੋਈ ਪ੍ਰਭਾਵ ਨਹੀਂ ਹੈ। ਭਾਰਤ ਦੀ ਸਰਕਾਰ, ਭਾਰਤ ਦੇ ਲੋਕ ਸੁਤੰਤਰ ਰੂਪ ਵਿੱਚ ਆਪਣੇ ਫੈਸਲੇ ਲੈ ਸਕਦੇ ਹਨ। ਕੋਈ ਵੀ ਦੂਜਾ ਦੇਸ਼ ਇਸ ਦੇ ਉੱਪਰ ਆਪਣੀ ਸੱਤਾ ਨਹੀਂ ਰੱਖਦਾ। ਆਪਾਂ ਪੂਰੀ ਤਰੀਕੇ ਦੇ ਨਾਲ ਇੰਡੀਪੈਂਡੈਂਟ ਹੋ ਚੁੱਕੇ ਹਾਂ। ਸੰਪੂਰਨ ਪ੍ਰਭੂ ਸੱਤਾ ਤੋਂ ਭਾਵ ਹੈ ਭਾਰਤ ਆਪਣੇ ਅੰਦਰੂਨੀ ਅਤੇ ਬਾਹਰੀ ਮਾਮਲਿਆਂ, ਚਾਹੇ ਉਹ ਇੰਟਰਨਲ ਮੈਟਰਸ ਨੇ, ਚਾਹੇ ਉਹ ਬਾਹਰ ਦੇ ਮੈਟਰ ਹੈ, ਵਿਦੇਸ਼ੀ ਮਾਮਲਿਆਂ ਦੇ ਨੇ,
ਤਾਂ ਉਹ ਵੀ ਆਪਣੇ ਪੂਰੀ ਤਰ੍ਹਾਂ ਸੁਤੰਤਰ ਹੈ। ਭਾਰਤ ਆਪਣੇ ਘਰੇਲੂ ਅਤੇ ਵਿਦੇਸ਼ੀ ਨੀਤੀ ਦਾ ਨਿਰਮਾਣ ਕਰਨ ਲਈ ਕਿਸੇ ਵੀ ਬਾਹਰੀ ਦੇਸ਼ ਦੇ ਦਬਾਅ ਹੇਠ ਨਹੀਂ ਹੈ। ਇਸ ਦਾ ਉਦਾਹਰਣ ਭਾਰਤ ਦੁਆਰਾ ਅਪਣਾਈ ਗਈ ਗੁੱਟ ਨਿਰਪੇਖ ਦੀ ਨੀਤੀ ਹੈ, ਜਿਸ ਨੂੰ ਜਵਾਹਰ ਲਾਲ ਨਹਿਰੂ ਜੀ ਲੈ ਕੇ ਆਏ ਸੀਗੇ। ਕਿਸੇ ਵੀ ਗੁੱਟ ਦੇ ਵਿੱਚ ਨਹੀਂ ਹੈ, ਆਪਾਂ ਸੁਤੰਤਰ ਰੂਪ ਵਿੱਚ ਆਪਣੇ ਫੈਸਲੇ ਲੈ ਸਕਦੇ ਹਾਂ ਜੀ। ਕੁਝ ਇੱਕ ਕੰਡੀਸ਼ਨ ਹੁੰਦੀ ਹੈ ਜੀ, ਜਿਵੇਂ UNO ਹੈ, WT ਦੀਜ਼ ਨੇ, ਜਾਂ ਕੁਝ ਵਰਲਡ ਬੈਂਕ ਦੀਆਂ ਕੰਡੀਸ਼ਨਸ ਨੇ, ਉਹ ਅਲੱਗ ਗੱਲਾਂ ਨੇ, ਠੀਕ ਹੈ। ਅੱਛਾ, ਇਸ ਦਾ ਉਦਾਹਰਣ ਭਾਰਤ ਦੁਆਰਾ ਅਪਣਾਈ ਗੁੱਟ ਦੂਜੇ ਮਹਾਯੁੱਧ ਤੋਂ ਬਾਅਦ 2 ਸੈਨਿਕ ਗੁੱਟ ਅਮਰੀਕਾ ਅਤੇ ਸੋਵੀਅਤ ਸੰਘ ਬਣ ਗਏ ਸਨ, ਪਰ ਭਾਰਤ ਕਿਸੇ ਵੀ ਗੁੱਟ ਵਿੱਚ ਸ਼ਾਮਿਲ ਨਹੀਂ ਸੀਗਾ। ਇਸ ਤੋਂ ਇਲਾਵਾ ਭਾਰਤ ਇੱਕ ਲੋਕਤੰਤਰਿਕ ਦੇਸ਼ ਹੈ। ਇਹ ਆਲਰੇਡੀ ਪੜ੍ਹ ਚੁੱਕੇ ਹਾਂ ਆਪਾਂ ਕਿ ਅਸੀਂ ਭਾਰਤ ਦੇ ਲੋਕ, ਇਸ ਤੋਂ ਸਪਸ਼ਟ ਹੋ ਜਾਂਦਾ ਹੈ ਕਿ ਭਾਰਤ ਇੱਕ ਲੋਕਤਾਂਤਰਿਕ ਦੇਸ਼ ਹੈ। ਸਭ ਤੋਂ ਵੱਡਾ ਲੋਕਤੰਤਰਿਕ ਦੇਸ਼ ਆਪਣਾ ਭਾਰਤ ਹੈ ਜੀ, ਕਿਉਂਕਿ ਹੁਣ ਜਨਸੰਖਿਆ ਪੱਖੋਂ ਭਾਰਤ ਪਹਿਲੇ ਨੰਬਰ 'ਤੇ ਆ ਗਿਆ ਚੀਨ ਤੋਂ ਬਾਅਦ, ਠੀਕ ਹੈ ਜੀ। ਪਹਿਲਾਂ ਚੀਨ ਨੂੰ ਮੰਨ ਸਕਦੇ ਸੀਗੇ, ਪਰ ਫਿਰ ਸਹੀ ਅਰਥਾਂ ਦੇ ਵਿੱਚ ਲੋਕਤੰਤਰਿਕ ਅਗਰ ਦੇਸ਼ ਹੈ ਤਾਂ ਉਹ ਭਾਰਤ ਹੈ, ਕਿਉਂਕਿ ਚੀਨ ਦੇ ਵਿੱਚ ਕੇਵਲ ਇੱਕੋ ਇੱਕ ਪਾਰਟੀ ਹੈ ਜੀ, ਉੱਥੇ ਉਹ ਹੀ ਸੱਤਾ ਦੇ ਵਿੱਚ ਰਹਿੰਦੀ ਹੈ। ਭਾਰਤ ਸਹੀ ਮਾਇਨੇ ਦੇ ਵਿੱਚ, ਸਹੀ ਡੈਫੀਨੇਸ਼ਨ ਦੇ ਵਿੱਚ ਲੋਕਤੰਤਰੀ ਰਾਜ ਹੈ, ਕਿਉਂਕਿ ਅਬਰਾਹਿਮ ਲਿੰਕਨ ਦੀ ਡੈਫੀਨੇਸ਼ਨ ਸੀ ਕਿ ਜਿਹੜਾ ਰਾਜ ਲੋਕਾਂ ਦੇ ਦੁਆਰਾ ਲੋਕਾਂ ਦੇ ਹਿੱਤ ਦੇ ਲਈ ਕੀਤਾ ਜਾਂਦਾ ਹੈ, ਉਹ ਹੀ ਲੋਕਤੰਤਰ ਹੈ। ਭਾਰਤੀ ਲੋਕਤੰਤਰੀ ਦੇਸ਼ ਹੈ। ਭਾਰਤ ਦੀ ਸਰਕਾਰ ਲੋਕਾਂ ਦੁਆਰਾ ਚੁਣੀ ਜਾਂਦੀ ਹੈ। ਸਰਕਾਰ ਲੋਕਾਂ ਪ੍ਰਤੀ ਉੱਤਰਦਾਈ ਹੈ। ਸੰਵਿਧਾਨ ਦੇ ਨਿਰਮਾਤਾ ਭਾਰਤ ਵਿੱਚ ਨਾ ਕੇਵਲ ਰਾਜਨੀਤਿਕ ਲੋਕਤੰਤਰ ਦੀ ਸਥਾਪਨਾ ਕਰਨਾ ਚਾਹੁੰਦੇ ਹਨ, ਸਗੋਂ ਆਰਥਿਕ ਤੇ ਸਮਾਜਿਕ ਲੋਕਤੰਤਰ ਦੀ ਸਥਾਪਨਾ ਵੀ ਕਰਨਾ ਚਾਹੁੰਦੇ ਹਨ। ਕਿਸੇ ਵੀ ਪ੍ਰਕਾਰ ਦਾ ਸਮਾਜਿਕ ਤੇ ਆਰਥਿਕ ਪੱਖੋਂ ਵੀ ਭੇਦਭਾਵ ਨਹੀਂ ਹੋਣਾ ਚਾਹੀਦਾ, ਉੱਥੇ ਵੀ ਉਹਨਾਂ ਨੂੰ ਲੋਕਤੰਤਰਿਕ ਵਿਵਹਾਰ ਮਿਲਣਾ ਚਾਹੀਦਾ। ਸਮਾਨਤਾ ਦੇ ਅਧਿਕਾਰ ਵਿੱਚ ਸਾਰੇ ਵਿਅਕਤੀ ਕਾਨੂੰਨ ਦੇ ਸਾਹਮਣੇ ਸਮਾਨ ਮੰਨੇ ਜਾਂਦੇ ਹਨ। ਹਰ ਇੱਕ ਲਈ ਵਿਕਾਸ ਕਰਨ ਦੇ ਸਮਾਨ ਅਵਸਰ ਹੈ ਜੀ ਇੱਥੇ ਦੇਣ ਦੀ ਵਿਵਸਥਾ ਕੀਤੀ ਗਈ ਹੈ। ਦੇਸ਼ ਦੇ ਪਛੜੇ ਤੇ ਗਰੀਬ ਵਰਗ ਦੇ ਲੋਕਾਂ ਲਈ ਵਿਸ਼ੇਸ਼ ਵਿਵਸਥਾ ਕੀਤੀਆਂ ਗਈਆਂ ਤਾਂ ਕਿ ਉਹ ਸਮਾਜ ਦੇ ਦੂਜੇ ਵਰਗਾਂ ਸਮਾਨ ਆਪਣਾ ਜੀਵਨ ਬਤੀਤ ਕਰ ਸਕਣ। ਜਿਵੇਂ ਭਾਰਤ ਦੇ ਲੋਕਾਂ ਨੂੰ ਵਿਚਾਰ ਪ੍ਰਗਟਾਉਣ, ਸੰਘ ਬਣਾਉਣ, ਆਪਣੇ ਨੇਤਾਵਾਂ ਦੀ ਚੋਣ ਕਰਨ, ਇਕੱਠੇ ਹੋਣ, ਸਰਕਾਰ ਦੀਆਂ ਗਲਤ ਨੀਤੀਆਂ ਦੀ ਆਲੋਚਨਾ ਕਰਨ, ਇਹ ਸਭ ਕੁਝ ਹੈ ਜੀ ਲੋਕਤੰਤਰਿਕ ਹੋਣ ਦੇ ਕਾਰਨ। ਕੋਈ ਵੀ ਪਾਰਟੀ ਵਿਅਕਤੀ ਵਿਸ਼ੇਸ਼ ਨੂੰ ਤੁਸੀਂ ਵੋਟ ਦੇ ਸਕਦੇ ਹੋ, ਉਸ ਦੀ ਆਲੋਚਨਾ ਕਰ ਸਕਦੇ ਹੋ, ਉਸ ਦੀ ਨੀਤੀਆਂ ਨੂੰ ਤੁਸੀਂ ਬਿਆਨ ਕਰ ਸਕਦੇ ਹੋ, ਤੁਸੀਂ ਆਪਣਾ ਸੰਘ ਬਣਾ ਸਕਦੇ ਹੋ, ਵਪਾਰ ਕਰ ਸਕਦੇ ਹੋ। ਇਹ ਸਾਰੀਆਂ ਤੁਹਾਨੂੰ ਚੀਜ਼ਾਂ ਦਿੱਤੀਆਂ ਗਈਆਂ ਨੇ, ਠੀਕ ਹੈ। ਨੀਤੀਆਂ ਦੀ ਆਲੋਚਨਾ ਤੇ ਵਿਸ਼ਵਾਸ ਤੇ ਉਪਾਸਨਾ ਦੀ ਆਜ਼ਾਦੀ ਮਿਲੀ ਹੋਈ ਹੈ, ਜੋ ਕਿ ਲੋਕਤੰਤਰਿਕ ਦੇਸ਼ ਦੀ ਮੁੱਖ ਤੱਤ ਮੰਨਿਆ ਜਾਂਦਾ ਹੈ। ਗਣਤੰਤਰ ਦਾ ਮਤਲਬ ਕੀ ਹੁੰਦਾ ਹੈ ਜੀ? ਗਣਤੰਤਰ ਦਾ ਮਤਲਬ ਹੁੰਦਾ ਹੈ ਕਿ ਜਿਸ ਦੇਸ਼ ਦਾ ਮੁਖੀਆ ਰਾਸ਼ਟਰਪਤੀ ਲੋਕਾਂ ਦੁਆਰਾ ਜਿਹੜਾ ਸਿੱਧਾ ਜਾਂ ਅਸਿੱਧਾ ਰੂਪ ਵਿੱਚ ਚੁਣਿਆ ਜਾਂਦਾ ਹੈ। ਆਪਾਂ ਨੂੰ ਪਤਾ ਹੈ ਜੀ, ਜਿਹੜੀ ਰਾਸ਼ਟਰਪਤੀ ਦੀ ਚੋਣ ਹੁੰਦੀ ਹੈ ਉਹ ਚੁਣੇ ਹੋਏ MP MLAs ਕਰਦੇ ਨੇ, ਤੇ ਇਸ ਦੇ ਵਿੱਚ ਨੋਮੋਨੀਤ ਜਿਹੜੇ MLAs ਨੇ, ਮੈਂਬਰ ਨੇ, ਉਹ ਨਹੀਂ ਕਰਦੇ, ਠੀਕ ਹੈ। ਭਾਰਤ ਵਿੱਚ ਗਣਤੰਤਰ ਦੇਸ਼ ਹੈ, ਭਾਰਤੀ ਗਣਤੰਤਰ ਦੇਸ਼ ਹੈ। ਭਾਰਤ ਦਾ ਮੁਖੀਆ ਰਾਸ਼ਟਰਪਤੀ ਲੋਕਾਂ ਦੁਆਰਾ ਅਸਿੱਧੇ ਤੌਰ ਉੱਤੇ, ਡਾਇਰੈਕਟ ਨਹੀਂ ਜੀ, ਇਨਡਾਇਰੈਕਟ ਤਰੀਕੇ ਦੇ ਨਾਲ ਲੋਕ ਹੀ ਉਸ ਨੂੰ ਚੁਣਿਆ ਜਾਂਦਾ। ਜਿਸ ਦੇਸ਼ ਦਾ ਮੁਖੀਆ ਲੋਕਾਂ ਦੁਆਰਾ ਸਿੱਧੇ ਜਾਂ ਸਿੱਧੇ ਤੌਰ 'ਤੇ ਚੁਣਿਆ ਜਾਂਦਾ ਹੋਵੇ, ਉਸ ਦੇਸ਼ ਨੂੰ ਗਣਤੰਤਰ ਕਹਿੰਦੇ ਹਨ। ਭਾਰਤ ਦੇ ਸੰਵਿਧਾਨ ਵਿੱਚ ਇਹ ਵਿਵਸਥਾ ਮੌਜੂਦ ਹੈ, ਇਸ ਕਰਕੇ ਭਾਰਤ ਲੋਕਤੰਤਰ ਹੋਣ ਦੇ ਨਾਲ ਗਣਤੰਤਰ ਦੇਸ਼ ਵੀ। ਹੇਠ ਲਿਖੇ ਦੇਸ਼ ਵਿੱਚੋਂ ਆਪਣੇ ਅਧਿਆਪਕ ਦੀ ਮਦਦ, ਇਹ ਤੁਸੀਂ, ਕਿਉਂਕਿ ਇਹ ਇੱਕ ਬੁੱਕ ਹੈ ਜੀ, ਇਹ ਤੁਸੀਂ ਮੇਪਸ ਤੁਸੀਂ ਤਿਆਰ ਰੱਖ ਲੈਣਾ ਜੀ, ਠੀਕ ਹੈ। ਆਪਾਂ ਨੂੰ ਪੇਪਰ ਦੇ ਵਿੱਚ ਨਹੀਂ ਆਉਣਾ, ਫਿਰ ਵੀ ਤੁਸੀਂ ਇਹਨਾਂ ਦੇਸ਼ਾਂ ਬਾਰੇ ਜਾਣਕਾਰੀ ਜ਼ਰੂਰ ਇਕੱਠਾ ਕਰ ਲੈਣੀ ਹੈ। ਇਹਨਾਂ ਦੇਸ਼ਾਂ ਦੀ ਤੁਸੀਂ ਰਾਜਧਾਨੀ ਜ਼ਰੂਰ ਯਾਦ ਕਰ ਲੈਣੀ ਹੈ, ਕਿਉਂਕਿ ਕੈਨੇਡਾ ਦੀ ਰਾਜਧਾਨੀ ਓਟਵਾ ਜਿਹੜੀ ਸੀਗੀ, ਉਹ ਕਿਸੇ ਨਾ ਕਿਸੇ ਪੇਪਰ ਵਿੱਚ ਪੁੱਛੀ ਗਈ ਹੈ। ਇਹ ਤੁਸੀਂ ਜ਼ਰੂਰ ਯਾਦ ਕਰ ਲੈਣਾ ਜੀ, ਠੀਕ ਹੈ। ਧਰਮ ਨਿਰਪੇਖ ਰਾਜ। ਭਾਰਤੀ ਸਮਾਜ ਵਿੱਚ ਵੱਖ-ਵੱਖ ਧਰਮਾਂ ਅਤੇ ਨਸਲਾਂ ਦੇ ਲੋਕ ਰਹਿੰਦੇ ਹਨ। ਧਰਮ ਨਿਰਪੇਖ ਰਾਜ ਅੱਜ ਦੇ ਟਾਈਮ ਵਿੱਚ ਤੁਸੀਂ ਦੇਖ ਸਕਦੇ ਹੋ ਕਿ ਧਰਮ ਨਿਰਪੇਖ ਰਾਜ ਦਾ ਹੋਣਾ ਜ਼ਰੂਰੀ ਹੈ, ਕਿਉਂਕਿ ਇਜ਼ਰਾਈਲ ਤੇ ਹਮਾਸ ਦਾ ਜਿਹੜਾ ਯੁੱਧ ਚੱਲ ਰਿਹਾ, ਉਹ ਧਰਮ ਦੇ ਨਾਂ ਉੱਤੇ ਹੁਣ ਦੇ ਜਿਹੜਾ ਹੈ ਚੱਲ ਰਿਹਾ। ਗਾਜ਼ਾ ਦੇ ਵਿੱਚ ਜਿਹੜੀ ਹਿੱਸਾ ਹੋ ਰਹੀ ਹੈ, ਜਿਹੜੇ ਹਮਾਸ ਦੇ ਲੋਕ ਇਜ਼ਰਾਈਲ ਦੇ ਨਾਲ ਜਿਹੜਾ ਯੁੱਧ ਚੱਲ ਰਿਹਾ, ਉਹ ਸਿਰਫ ਧਰਮ ਦੀ ਲੜਾਈ, ਜਿਸ ਦੇ ਵਿੱਚ ਦੋਵੇਂ ਦੇਸ਼ਾਂ ਦਾ ਨੁਕਸਾਨ ਹੋ ਰਿਹਾ ਜੀ। ਤਾਂ ਭਾਰਤ ਇੱਕ ਧਰਮ ਨਿਰਪੱਖ ਰਾਜ ਹੈ। ਰਾਜ ਦਾ ਯਾਨੀ ਦੇਸ਼ ਦਾ ਕੋਈ ਵੀ ਇੱਕ ਵਿਸ਼ੇਸ਼ ਧਰਮ ਨਹੀਂ ਹੈ, ਸਾਰੇ ਧਰਮਾਂ ਨੂੰ ਇੱਕੋ ਜਿਹੀ ਮਾਨਤਾ ਹੈ ਜੀ। ਚਾਹੇ ਇੱਥੇ ਹਿੰਦੂਆਂ ਦਾ ਪਰਵ ਹੋਵੇ, ਸਿੱਖਾਂ ਦਾ ਹੋਵੇ, ਮੁਸਲਮਾਨਾਂ ਦਾ ਹੋਵੇ, ਕਿਸੇ ਵੀ ਪ੍ਰਕਾਰ ਦਾ ਪਰਵ ਹੋਵੇ, ਛੁੱਟੀ ਦਾ ਦਿਨ ਨਿਰਧਾਰਿਤ ਕੀਤਾ ਗਿਆ। ਇਸ ਤੋਂ ਇਲਾਵਾ ਸਾਰੇ ਮਿਲ ਜੁਲ ਕੇ ਰਹਿੰਦੇ ਨੇ। ਸਾਰਿਆਂ ਦੇ ਲਈ ਇੱਕੋ ਇੱਕ ਨਿਯਮ ਜਿਹੜਾ ਹੈ ਉਹ ਸੰਵਿਧਾਨ ਦੇ ਵਿੱਚ ਹੈ। ਸੰਵਿਧਾਨ ਸਭ ਤੋਂ ਉੱਤੇ ਹੈ ਜੀ। ਭਾਰਤੀ ਸਮਾਜ ਵਿੱਚ ਵੱਖ-ਵੱਖ ਧਰਮਾਂ ਅਤੇ ਨਸਲਾਂ ਦੇ ਲੋਕ ਰਹਿੰਦੇ ਹਨ। ਅੰਗਰੇਜ਼ਾਂ ਦੁਆਰਾ ਚਲਾਈ ਗਈ ਪਾੜੋ ਤੇ ਰਾਜਕੋਟ ਨੀਤੀ ਕਾਰਨ ਭਾਰਤੀ ਸਮਾਜ ਦੋ ਵਰਗਾਂ ਵਿੱਚ, ਹਿੰਦੂ ਤੇ ਮੁਸਲਮਾਨਾਂ ਵਿੱਚ ਧਾਰਮਿਕ ਫਰੀਕਾਪ੍ਰਸਤੀ ਪੈਦਾ ਕਰ ਦਿੱਤੀ ਗਈ ਸੀ, ਜਿਸ ਦਾ ਸਿੱਟਾ ਇਹ ਨਿਕਲਿਆ ਕਿ ਸੰਵਿਧਾਨ ਰਚਣਹਾਰਿਆਂ ਨੇ ਇਸ ਗੱਲ ਨੂੰ ਮੱਦੇ ਨਜ਼ਰ ਰੱਖਦੇ ਹੋਏ ਭਾਰਤ ਧਾਰਮਿਕ ਰਾਜ ਬਣਾਉਣ ਦੀ ਕੋਸ਼ਿਸ਼ ਕੀਤੀ।
ਇਸ ਨੂੰ ਹੋਰ ਸਪਸ਼ਟ ਕਰਨ ਲਈ ਭਾਰਤੀ ਸੰਵਿਧਾਨ ਵਿੱਚ ਸੈਕੂਲਰ ਜਿਹੜਾ ਸ਼ਬਦ ਹੈ, ਧਰਮ ਨਿਰਪੇਖ ਸ਼ਬਦ ਨੂੰ 42, ਤੁਸੀਂ ਇਹ ਸ਼ਬਦ ਜ਼ਰੂਰ ਯਾਦ ਰੱਖਣਾ ਜੀ। ਧਰਮ ਨਿਰਪੇਖ ਸ਼ਬਦ ਜਿਹੜਾ 42ਵੀਂ ਮਿੰਨੀ ਕੌਨਸਟੀਟਿਊਸ਼ਨ ਜਿਸ ਨੂੰ ਕਿਹਾ ਜਾਂਦਾ ਹੈ 1976 ਦੇ ਵਿੱਚ ਜਿਹੜੀ ਅਮੈਂਡਮੈਂਟ ਹੋਈ ਸੀ 42, ਉਹਦੇ ਵਿੱਚ ਜੋੜਿਆ ਗਿਆ ਹੈ। ਭਾਰਤ ਦੇ ਸੰਵਿਧਾਨ ਦੀ ਪ੍ਰਸਤਾਵਨਾ ਵਿੱਚ ਜੋੜਿਆ ਗਿਆ ਸੈਕੂਲਰਿਜ਼ਮ ਧਰਮ ਨਿਰਪੇਖਤਾ ਪੱਛਮੀ ਧਾਰਨਾ ਹੈ, ਜਿਸ ਦਾ ਅਰਥ ਹੈ ਧਰਮ ਅਤੇ ਰਾਜਨੀਤੀ ਦੀ ਅਲਹਿੰਦਗੀ, ਪਰੰਤੂ ਭਾਰਤ ਧਰਮ ਨਿਰਪੇਖਤਾ ਇਸ ਤੋਂ ਇਲਾਵਾ ਸਾਰੇ ਧਰਮਾਂ ਦੀ ਸਮਾਨਤਾ ਉੱਤੇ ਜ਼ੋਰ ਦਿੰਦਾ ਹੈ, ਜਿਵੇਂ ਸਰਵ ਧਰਮ ਸੰਭਾਵ। ਭਾਰਤ ਦੀ ਧਰਮ ਨਿਰਪੇਖਤਾ ਦੀਆਂ ਮੁੱਖ ਵਿਸ਼ੇਸ਼ਤਾ, ਕਿਸੇ ਵੀ ਧਰਮ ਨੂੰ ਭਾਰਤ ਵਿੱਚ ਰਾਜ ਧਰਮ ਕਰਾਰ ਨਹੀਂ ਦਿੱਤਾ ਗਿਆ, ਵੀ ਇਹ ਹਿੰਦੂਆਂ ਦਾ ਹੈ, ਮੁਸਲਮਾਨਾਂ ਦਾ ਹੈ, ਸਿੱਖਾਂ ਦਾ ਹੈ। ਧਰਮ ਦੇ ਨਾਂ ਉੱਤੇ ਕੋਈ ਵੀ ਦੇਸ਼ ਆਪਣੇ ਦੇਸ਼ ਦੇ ਵਿੱਚ ਧਰਮ ਦੇ ਨਾਂ ਦੇ ਉੱਤੇ ਨਹੀਂ ਹੈ। ਸਰਕਾਰ ਵੱਲੋਂ ਸਾਰੇ ਧਰਮਾਂ ਨੂੰ ਸਮਾਨ ਮੰਨਿਆ ਜਾਂਦਾ ਹੈ। ਭਾਰਤ ਵਿੱਚ ਹਰ ਇੱਕ ਵਿਅਕਤੀ ਨੂੰ ਧਾਰਮਿਕ ਆਜ਼ਾਦੀ ਹੈ ਜੀ, ਉਹ ਆਪਣੀ ਇੱਛਾ ਅਨੁਸਾਰ ਕਿਸੇ ਵੀ ਧਰਮ ਨੂੰ ਅਪਣਾ ਸਕਦਾ ਹੈ, ਉਸ ਦੀ ਪੂਜਾ ਵਿਧੀ, ਉਸ ਦੀ ਉਪਾਸਨਾ ਕਰ ਸਕਦਾ ਹੈ। ਅੱਛਾ ਜੀ, ਧਰਮ ਦੇ ਆਧਾਰ ਉੱਤੇ ਕਿਸੇ ਵੀ ਵਿਦਿਅਕ ਸੰਸਥਾ ਨਾਲ ਰਾਜ ਦੁਆਰਾ ਵਿਤਕਰਾ ਨਹੀਂ ਕੀਤਾ ਜਾਂਦਾ। ਹਰ ਇੱਕ ਜਿਹੜਾ ਸਕੂਲ ਹੈ, ਕਾਲਜ ਹੈ, ਉਹ ਕਿਸੇ ਵੀ ਖੇਤਰ ਦੇ ਬੱਚਿਆਂ ਦਾ ਹੋਵੇ, ਕਿਸੇ ਵੀ ਖੇਤਰ ਕਿਸੇ ਵੀ ਜਾਤ ਨਸਲ ਦਾ ਹੋਵੇ, ਉਸ ਨੂੰ ਫਾਈਨੈਂਸ਼ਲੀ ਜਿਹੜਾ ਸਪੋਰਟ ਉਹ ਸਰਕਾਰ ਦੁਆਰਾ ਕੀਤਾ ਜਾਂਦਾ ਹੈ। ਸੰਘਾਤਮਕ ਅਤੇ ਇਕਾਤਮਕ ਦਾ ਸੁਮੇਲ। ਸੰਘਾਤਮਕ ਦਾ ਮਤਲਬ ਹੁੰਦਾ ਹੈ ਕਿ ਜਿੱਥੇ ਦੋ ਪ੍ਰਕਾਰ ਦੀ ਸਰਕਾਰਾਂ ਹੁੰਦੀਆਂ ਨੇ, ਇੱਕ ਪਾਸੇ ਕੇਂਦਰ ਸਰਕਾਰ ਹੋਏਗੀ ਅਤੇ ਦੂਜੇ ਪਾਸੇ ਰਾਜ ਸਰਕਾਰ ਹੋਏਗੀ। ਇਹਨਾਂ ਦੋਨਾਂ ਵਿੱਚ ਸ਼ਕਤੀਆਂ ਦੀ ਵੰਡ ਕੀਤੀ ਜਾਂਦੀ ਹੈ, ਪਰ ਰਾਜ ਦੇ ਮੁਕਾਬਲੇ ਕੇਂਦਰ ਨੂੰ ਜ਼ਿਆਦਾ ਸ਼ਕਤੀਆਂ ਹੁੰਦੀਆਂ ਨੇ, ਇਹ ਆਪਾਂ ਨੂੰ ਪਤਾ ਹੈ ਜੀ। ਠੀਕ ਹੈ, ਇਹ ਤੁਸੀਂ ਵੇਖ ਸਕਦੇ ਹੋ। ਤਾਂ ਇਹ ਅੱਗੇ ਆਪਣਾ ਹੈ ਜੀ ਭਾਰਤੀ ਸੰਵਿਧਾਨ ਦੀਆਂ ਇਕਾਤਮਕ ਵਿਸ਼ੇਸ਼ਤਾਵਾਂ ਇਸ ਪ੍ਰਕਾਰ ਹਨ, ਜਿਵੇਂ ਮੋਸਟ ਇੰਪੋਰਟੈਂਟ ਹੈ ਜੀ, ਭਾਰਤ ਦੇ ਵਿੱਚ ਇਕੇਰੀ ਨਾਗਰਿਕਤਾ ਮਿਲਦੀ ਹੈ, ਪਰ ਕੈਨੇਡਾ ਦੇ ਵਿੱਚ ਦੋਹਰੀ ਨਾਗਰਿਕਤਾ ਹੈ ਜੀ। ਭਾਰਤ ਦੇ ਵਿੱਚ ਇੱਕੋ ਇੱਕ ਨਾਗਰਿਕਤਾ ਹੈ, ਪਰੰਤੂ USA ਦੇ ਵਿੱਚ ਦੋਹਰੀ ਨਾਗਰਿਕਤਾ ਠੀਕ ਹੈ। ਦੋਨਾਂ ਸਰਕਾਰਾਂ ਲਈ ਇਕਹਿਰਾ ਸੰਵਿਧਾਨ ਹੈ। ਜੰਮੂ ਐਂਡ ਕਸ਼ਮੀਰ ਦੇ ਵਿੱਚ ਵੀ ਹੁਣ ਲਾਗੂ ਕਰ ਦਿੱਤਾ ਗਿਆ ਹੈ ਜੀ। ਠੀਕ ਹੈ, ਅਕਤੂਬਰ ਦੇ ਵਿੱਚ, ਇਹ ਤੁਸੀਂ ਗੱਲ ਯਾਦ ਰੱਖਣੀ ਹੈ। ਠੀਕ ਹੈ ਜੀ, ਮੈਂ ਆਲਰੇਡੀ ਕਈ ਵਾਰ ਇਹ ਗੱਲ ਦੱਸ ਚੁੱਕਿਆ। ਜੰਮੂ ਕਸ਼ਮੀਰ ਦੇ ਵਿੱਚ ਹੁਣ ਲਾਗੂ ਕਰ ਦਿੱਤਾ ਗਿਆ, ਕਿਉਂਕਿ ਆਰਟੀਕਲ 370 ਉੱਥੋਂ ਹਟਾ ਦਿੱਤਾ ਗਿਆ ਅਤੇ 35A ਨੂੰ ਹਟਾ ਦਿੱਤਾ ਗਿਆ। ਰਾਸ਼ਟਰਪਤੀ ਦੀਆਂ ਸੰਕਟਕਾਲੀਨ ਸ਼ਕਤੀਆਂ, ਸੰਸਦ ਦੁਆਰਾ ਰਾਜਾਂ ਦੀਆਂ ਹੱਦਾਂ ਤੇ ਨਵੇਂ ਨਾਂ ਬਦਲੇ ਕਰਨ ਦੀ ਸ਼ਕਤੀ ਇਕਾਤਮਕ ਸ਼ਕਤੀ ਹੈ ਜੀ। ਸੰਸਦ ਦੁਆਰਾ ਹੀ ਰਾਜਾਂ ਦੇ ਨਾਂ ਬਦਲੇ ਜਾ ਸਕਦੇ ਨੇ, ਕਿਉਂਕਿ ਜਿਹੜੀ ਚੀਜ਼ ਹੈ ਉਹ ਚੇਂਜ ਸੰਸਦ ਦੁਆਰਾ ਕੀਤੀ ਜਾਏ। ਇਕੇਰੀ ਨਿਆਂਪਾਲਿਕਾ ਹੈ ਜੀ। ਸਰਵ ਭਾਰਤੀ ਸੇਵਾਵਾਂ IAS IPS IFS, ਇਸ ਸਿਰਫ ਅਤੇ ਸਿਰਫ ਸੈਂਟਰਲ ਗੌਰਮੈਂਟ ਦੇ ਕੋਲ ਪਾਵਰ ਹੈ, ਸਟੇਟ ਗੌਰਮੈਂਟ ਦੇ ਕੋਲ PCS ਹੁੰਦੇ ਨੇ। ਠੀਕ ਹੈ ਜੀ, ਕੇਂਦਰ ਦੁਆਰਾ ਰਾਜਾਂ ਵਿੱਚ ਰਾਜਪਾਲਾਂ ਦੀ ਨਿਯੁਕਤੀ ਕੀਤੀ ਜਾਂਦੀ ਹੈ। ਇਹ ਸਿਰਫ ਅਤੇ ਸਿਰਫ ਸੈਂਟਰਲ ਗੌਰਮੈਂਟ ਦੇ ਕੋਲ ਪਾਵਰ ਹੈ। ਰਾਜ ਦੀ ਜਿਹੜਾ ਮੁੱਖ ਮੰਤਰੀ ਹੁੰਦਾ ਹੈ, ਉਸ ਦੀ ਰਾਏ ਵੀ ਨਹੀਂ ਲਈ ਜਾਂਦੀ। ਰਾਜਾਂ ਦੇ ਝਗੜਿਆਂ ਦਾ ਕੇਂਦਰ ਦੁਆਰਾ ਨਿਪਟਾਰਾ ਕੀਤਾ ਜਾਂਦਾ ਹੈ। ਰਾਜ ਵਿਧਾਨ ਸਭਾਵਾਂ ਦੁਆਰਾ ਪਾਸ ਕੀਤੇ ਬਿੱਲਾਂ ਨੂੰ ਰਾਸ਼ਟਰਪਤੀ ਦੀ ਪ੍ਰਵਾਨਗੀ ਲਈ ਰਾਖਵਾਂ ਰੱਖਣ ਦੀ ਸ਼ਕਤੀ, ਲਚਕੀਲਾ ਸੰਵਿਧਾਨ ਕਾਨੂੰਨ ਬਣਾਉਣ ਦੀਆਂ ਬਚੀਆਂ ਹੋਈਆਂ ਸੰਸਦ ਕੋਲ ਨੇ। ਸੰਘਾਤਮਕ ਦੇ ਵਿੱਚ ਸੰਵਿਧਾਨ ਦੀ ਸਰਵਉੱਚਤਾ, ਕੇਂਦਰ ਅਤੇ ਰਾਜਾਂ ਵਿੱਚ ਜਿਹੜੀ ਸ਼ਕਤੀਆਂ ਦੀ ਵੰਡ, ਅਨੁਸੂਚੀ 7(3) ਇਹਦੇ ਵਿੱਚ ਦਿੱਤੀਆਂ ਗਈਆਂ ਨੇ। ਸੰਸਦ ਦਾ ਉਪਰਲਾ ਸਦਨ ਰਾਜਾਂ ਦੀ ਪ੍ਰਤੀਨਿਧਤਾ ਕਰਦਾ ਹੈ, ਜਿਸ ਨੂੰ ਰਾਜ ਸਭਾ ਕਿਹਾ ਜਾਂਦਾ ਹੈ। ਲਿਖਤੀ ਸੰਵਿਧਾਨ ਹੈ ਜੀ। ਸੁਤੰਤਰ ਤੇ ਨਿਰਪੱਖ ਨਿਆਂਪਾਲਿਕਾ, ਇਕੇਰੀ ਨਿਆਂਪਾਲਿਕਾ, ਇਹ ਮੋਸਟ ਇੰਪੋਰਟੈਂਟ ਹੈ। ਭਾਰਤ ਦਾ ਸੰਵਿਧਾਨ ਹੈ ਉਹ ਕੇਂਦਰ ਤੇ ਰਾਜਾਂ ਲਈ ਇੱਕ ਸਰਵ ਉੱਚ ਅਦਾਲਤ ਦੀ ਸਥਾਪਨਾ ਕੀਤੀ ਗਈ ਹੈ, ਜਿਸ ਨੂੰ ਸੁਪਰੀਮ ਕੋਰਟ ਕਿਹਾ ਜਾਂਦਾ ਜੀ। ਸੁਪਰੀਮ ਕੋਰਟ ਸਭ ਤੋਂ ਉੱਚੀ ਅਦਾਲਤ ਹੈ ਅਤੇ ਹਰ ਇੱਕ ਰਾਜ ਨੂੰ ਇੱਕ ਹਾਈ ਕੋਰਟ ਦਿੱਤਾ ਗਿਆ ਹੈ, ਜਿਹੜੀਆਂ ਵੱਖਰੀਆਂ ਵੱਖਰੀਆਂ ਅਦਾਲਤਾਂ ਨੇ। ਇਹਨਾਂ ਦਾ ਅਧਿਕਾਰ ਖੇਤਰ, ਬਣਤਰ, ਜੱਜਾਂ ਦੀਆਂ ਨਿਯੁਕਤੀਆਂ, ਹਾਈ ਕੋਰਟ ਦੇ ਫੈਸਲਿਆਂ ਵਿਰੁੱਧ ਸਰਵਉੱਚ ਅਦਾਲਤਾਂ ਵਿੱਚ ਅਪੀਲ ਦੀ ਸ਼ਕਤੀ, ਹਾਈ ਕੋਰਟ ਦੀ ਜੱਜਾਂ ਦੀਆਂ ਬਦਲੀਆਂ, ਉਹਨਾਂ ਦੀਆਂ ਸੇਵਾਵਾਂ ਸਰਤਾ ਕੇਂਦਰ ਦੇ ਅਧੀਨ ਆਉਂਦੀਆਂ ਨੇ। ਤਾਂ ਤੁਸੀਂ ਯਾਦ ਰੱਖਣਾ ਜੀ, ਜੱਜਾਂ ਦੀ ਜਿਹੜੀ ਨਿਯੁਕਤੀ ਹੈ, ਚਾਹੇ ਉਹ ਰਾਜ ਸਰਕਾਰ ਦੇ ਹੋਣ, ਰਾਜ ਦੇ ਹੋਣ, ਚਾਹੇ ਉਹ ਕੇਂਦਰ ਦੇ ਹੋਣ, ਉਹਨਾਂ ਦੀ ਨਿਯੁਕਤੀ, ਭੱਤਾ ਵਗੈਰਾ ਜੋ ਵੀ ਹੈ, ਉਹ ਸਭ ਕੁਛ ਜਿਹੜਾ ਹੈ ਉਹ ਕੇਂਦਰ ਦੁਆਰਾ ਨਿਰਧਾਰਿਤ ਕੀਤਾ ਜਾਂਦਾ ਹੈ। ਸਰਵ ਵਿਆਪਕ ਬਾਲਗ ਮਤ ਅਧਿਕਾਰ ਮੋਸਟ ਇੰਪੋਰਟੈਂਟ ਹੈ ਜੀ। ਜਦੋਂ ਭਾਰਤੀ ਸੰਵਿਧਾਨ ਬਣਿਆ ਉਦੋਂ ਜਿਹੜੀ ਉਮਰ ਸੀ 21 ਸਾਲ। ਇਸ ਨੂੰ ਬਾਅਦ ਦੇ ਵਿੱਚ ਮੋਸਟ ਇੰਪੋਰਟੈਂਟ ਹੈ ਜੀ, ਬਹੁਤ ਵਾਰ ਕੁਐਸਚਨ ਆਇਆ ਹੈ। 1988 ਵਿੱਚ ਇਸ 61ਵੀਂ ਸੋਧ ਕਰਕੇ ਇਸ ਉਮਰ ਨੂੰ 21 ਤੋਂ 18 ਕਰ ਦਿੱਤਾ ਗਿਆ ਸੀ। ਮੋਸਟ ਇੰਪੋਰਟੈਂਟ ਹੈ ਜੀ, ਤੁਸੀਂ ਇਸ ਗੱਲ ਨੂੰ ਯਾਦ ਰੱਖਣਾ ਹੈ। 61ਵੀਂ ਸੰਵਿਧਾਨ ਸੰਸ਼ੋਧਨ, 61ਵੀਂ ਸੰਵਿਧਾਨ ਸੰਸ਼ੋਧਨ ਕੀਤਾ ਗਿਆ 1988 ਦੇ ਵਿੱਚ। ਜਿਹੜੀ 21 ਸਾਲ ਦੀ ਉਮਰ ਸੀ ਉਸ ਨੂੰ ਜਿਹੜਾ ਹੈ ਉਹ 18 ਸਾਲ ਕਰ ਦਿੱਤਾ ਗਿਆ। ਹੁਣ 18 ਸਾਲ ਦਾ ਬੱਚਾ ਆਪਣਾ ਵੋਟ ਦਾ ਪ੍ਰਯੋਗ ਕਰ ਸਕਦਾ ਹੈ। ਠੀਕ ਹੈ ਜੀ। ਸੰਵਿਧਾਨਿਕ ਸੋਧ, ਇਹ ਮੈਂ ਆਲਰੇਡੀ ਦੱਸ ਚੁੱਕਿਆ, ਸਾਊਥ ਅਫਰੀਕਾ ਤੋਂ ਆਪਾਂ ਲਿਆ ਗਿਆ ਹੈ। ਸੰਵਿਧਾਨਿਕ ਸੋਧ ਤੁਸੀਂ ਕਰ ਸਕਦੇ ਹੋ, ਜਿਸ ਦਾ ਸਾਰਥਕ ਨਤੀਜਾ ਨਿਕਲੇ ਉਸ ਦੇ ਲਈ ਤੁਸੀਂ ਸੰਵਿਧਾਨ ਦੇ ਵਿੱਚ ਸੋਧ ਕਰ ਸਕਦੇ ਹੋ ਜੀ।
ਠੀਕ ਹੈ। ਵੱਖ-ਵੱਖ ਸੋਧਾਂ ਹੋਈਆਂ ਵੀ ਨੇ। ਪਹਿਲੀ ਸੋਧ ਹੈ ਉਹ ਜਿਹੜੀ 1951 ਦੇ ਵਿੱਚ 9ਵੀਂ ਅਨੁਸੂਚੀ ਜੋੜੀ ਗਈ ਸੀ। 1976 ਸੰਵਿਧਾਨ ਵਿੱਚ 42ਵੀਂ ਸੋਧ ਕੀਤੀ ਗਈ ਜਿਹੜੀ ਬਹੁਤ ਮਹੱਤਵਪੂਰਨ ਹੈ। 73ਵੀਂ ਤੇ 74ਵੀਂ 11ਵੀਂ ਤੇ 12ਵੀਂ ਅਨੁਸੂਚੀ ਜੋੜੀ ਗਈ ਸੀ। 11ਵੀਂ ਅਨੁਸੂਚੀ ਪੰਚਾਇਤ ਦੇ ਵਾਸਤੇ ਹੈ, 12ਵੀਂ ਅਨੁਸੂਚੀ ਨਗਰ ਨਿਗਮ ਦੇ ਵਾਸਤੇ ਹੈ ਜੀ। ਇਸ ਤੋਂ ਇਲਾਵਾ 2016 ਦੇ ਵਿੱਚ 101 ਸੰਵਿਧਾਨ ਸੋਧ ਹੋ ਚੁੱਕੀਆਂ ਸੀਗੀਆਂ, ਹੁਣ ਜ਼ਿਆਦਾ ਹੋ ਚੁੱਕੀਆਂ ਨੇ। ਠੀਕ ਹੈ ਜੀ, ਲਗਭਗ 110-12 ਦੇ ਕਰੀਬ ਹੋ ਚੁੱਕੀਆਂ ਨੇ। ਠੀਕ ਹੈ, ਇਹ ਤੁਸੀਂ ਸਾਰੀਆਂ ਚੀਜ਼ਾਂ ਵੇਖ ਸਕਦੇ ਹੋ ਜੀ। ਇਹ ਚੀਜ਼ਾਂ ਨੇ ਤੇ ਅੱਗੇ ਜੋ ਵੀ ਕੁਐਸਚਨ ਇਸ ਦੇ ਹੋਣਗੇ ਉਹ ਆਪਾਂ ਡਿਸਕਸ ਕਰਾਂਗੇ ਨੈਕਸਟ ਵੀਡੀਓ ਦੇ ਵਿੱਚ। ਇਸ ਦੇ MCQs ਕੱਲ੍ਹ ਅਪਲੋਡ ਕਰ ਦਿੱਤੇ ਜਾਣਗੇ। ਬਾਕੀ ਹੋਰ ਕਲਾਸਾਂ ਤੁਹਾਡੇ ਲਈ ਅਪਲੋਡ ਹੁੰਦੀਆਂ ਰਹਿਣਗੀਆਂ। ਤੁਸੀਂ ਚੈਨਲ ਨੂੰ ਲਾਈਕ ਸ਼ੇਅਰ ਤੇ ਚੈਨਲ ਨੂੰ ਅੱਗੇ ਲੈ ਕੇ ਜਾਣਾ ਜੀ। ਜ਼ਿਆਦਾ ਤੋਂ ਜ਼ਿਆਦਾ ਵੀਡੀਓ ਨੂੰ ਸ਼ੇਅਰ ਕਰਨਾ। ਵੀਡੀਓ ਕਿੱਦਾਂ ਲੱਗੀ ਇਹ ਜ਼ਰੂਰ ਤੁਸੀਂ ਕਮੈਂਟ ਕਰਕੇ ਦੱਸਣਾ ਜੀ। ਥੈਂਕ ਯੂ ਵੈਰੀ ਮੱਚ, ਹੈਵ ਅ ਨਾਈਸ ਡੇ।